इस वीडियो राਹੀਂ ਅਸੀਂ ਪਾਠ ਨੰਬਰ 14 ਦੇ ਬਾਰੇ ਜੋ ਅੱਜ ਕੰਮ ਆਇਆ ਉਹ ਕਰਾਂਗੇ। ਦਸਤਕਾਰੀ ਅਤੇ ਉਦਯੋਗ। ਕੱਲ੍ਹ ਅਸੀਂ ਪੜ੍ਹਿਆ ਸੀ ਕਿ ਪੇਂਡੂ ਲੋਕਾਂ ਨੇ ਵੀ ਮਸ਼ੀਨਾਂ ਦੇ ਅੰਗਰੇਜ਼ੀ ਉਦਯੋਗਾਂ ਤੋਂ ਬਣੇ ਮਾਲ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਉਹ ਸਸਤਾ ਸੀ ਅਤੇ ਉਹਨਾਂ ਦੀ ਕੁਆਲਿਟੀ ਵਧੀਆ ਸੀ। ਜਿਸ ਕਰਕੇ ਜੋ ਲਘੂ ਉਦਯੋਗ ਸਨ, ਘਰੇਲੂ ਉਦਯੋਗ, ਉਹਨਾਂ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਸੀ। ਤਾਂ ਲਘੂ ਉਦਯੋਗਾਂ ਦੇ ਪਤਨ ਦੇ ਕਾਰਨ ਕਿਹੜੇ ਕਿਹੜੇ ਸਨ? ਦੇਸੀ ਰਿਆਸਤਾਂ ਦੀ ਸਮਾਪਤੀ। ਅੰਗਰੇਜ਼ਾਂ ਨੇ ਬਹੁਤ ਸਾਰੀਆਂ ਭਾਰਤੀ ਰਿਆਸਤਾਂ ਨੂੰ ਖਤਮ ਕਰ ਦਿੱਤਾ ਸੀ। ਇਸ ਕਰਕੇ ਲਘੂ ਉਦਯੋਗਾਂ ਨੂੰ ਬਹੁਤ ਨੁਕਸਾਨ ਹੋਇਆ, ਕਿਉਂਕਿ ਇਹਨਾਂ ਰਿਆਸਤਾਂ ਦੇ ਰਾਜੇ ਮਹਾਰਾਜੇ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਵਰਤੋਂ ਕਰਦੇ ਸਨ। ਦੇਸੀ ਰਿਆਸਤ ਕਿਹਨੂੰ ਕਹਿੰਦੇ ਸਨ? 1757 ਦੇ ਵਿੱਚ 1757 ਦੇ ਵਿੱਚ ਬੈਟਲ ਆਫ ਪਲਾਸੀ, ਲੜਾਈ ਹੋਈ ਸੀ ਪਲਾਸੀ ਦੀ। ਫਿਰ 1764 ਦੇ ਵਿੱਚ ਬੈਟਲ ਆਫ ਬਕਸਰ, 1764 ਦੇ ਵਿੱਚ ਲੜਾਈ ਹੋਈ ਸੀ ਬਕਸਰ ਦੀ। ਤਾਂ ਉਸ ਤੋਂ ਬਾਅਦ 1765 ਦੇ ਵਿੱਚ ਇੱਕ ਸੰਧੀ ਹੋਈ ਸੀ। ਉਸ ਸੰਧੀ ਦੇ ਤਹਿਤ ਅੰਗਰੇਜ਼ਾਂ ਨੂੰ ਬੰਗਾਲ ਦੇ ਖੇਤਰ ਦਾ ਜੋ ਮਾਲੀਏ ਸੰਬੰਧੀ ਪ੍ਰਬੰਧ ਸੀ ਉਸ 'ਤੇ ਅਧਿਕਾਰ ਮਿਲ ਗਿਆ ਸੀ। ਭਾਵ ਭੂਮੀ ਲਗਾਨ ਅੰਗਰੇਜ਼ਾਂ ਦੇ ਅਧੀਨ ਆਉਣਾ ਸ਼ੁਰੂ ਹੋ ਗਿਆ ਸੀ। ਪਹਿਲਾਂ ਉਹਨਾਂ ਨੇ ਭਾਰਤੀ ਰਾਜਾਂ ਜੋ ਅਧੀਨ ਸਨ ਉਹਨਾਂ ਦੇ ਵਿਸ਼ਵਾਸ ਪਾਤਰ ਉਹਨਾਂ ਨੂੰ ਲਗਾਨ ਇਕੱਠਾ ਕਰਨ ਲਈ ਹੌਲੀ ਹੌਲੀ ਕਰਦੇ ਹੋਏ ਉਹਨਾਂ ਨੇ ਅਜਿਹੀਆਂ ਨੀਤੀਆਂ ਅਪਣਾਈਆਂ ਕਿ ਭਾਰਤ ਦੇ ਲਗਾਨ ਭੂਮੀ ਕਰ ਦੇ ਉੱਤੇ ਅੰਗਰੇਜ਼ਾਂ ਦਾ ਪੂਰੀ ਤਰ੍ਹਾਂ ਅਧਿਕਾਰ ਹੋ ਗਿਆ। ਪਹਿਲਾਂ ਉਹ ਭਾਰਤ ਵਿੱਚ ਵਪਾਰ ਕਰਨ ਲਈ ਆਉਂਦੇ ਸਨ ਤਾਂ ਭਾਰਤ ਦੇ ਵਿੱਚ ਇੰਗਲੈਂਡ ਤੋਂ ਪੈਸਾ ਆਉਂਦਾ ਸੀ, ਪਰ ਉਹਨਾਂ ਨੇ ਅਜਿਹੀਆਂ ਸਕੀਮਾਂ ਲਾਈਆਂ, ਅਜਿਹੇ ਪ੍ਰਬੰਧ ਕੀਤੇ ਕਿ ਭਾਰਤ ਦੇ ਪੈਸੇ ਨਾਲ ਭਾਰਤ ਦੇ ਵਿੱਚ ਹੀ ਵਪਾਰ ਕਰਕੇ ਅਤੇ ਜੋ ਮੁਨਾਫਾ ਹੁੰਦਾ, ਜੋ ਕਮਾਈ ਹੁੰਦੀ, ਉਹ ਇੰਗਲੈਂਡ ਨੂੰ ਜਾਣਾ ਸ਼ੁਰੂ ਹੋ ਗਿਆ ਸੀ। ਤਾਂ ਇੰਗਲੈਂਡ ਦੇ ਵਿੱਚ ਉਦਯੋਗਿਕ ਕ੍ਰਾਂਤੀ ਆਈ। ਉਦਯੋਗਾਂ ਨੂੰ, ਮਸ਼ੀਨਾਂ ਨੂੰ ਕੱਚੇ ਮਾਲ ਦੀ ਲੋੜ ਸੀ। ਤਾਂ ਕੱਚਾ ਮਾਲ ਵਾਸਤੇ ਕਿਹਨੂੰ ਬਸਤੀ ਬਣਾਇਆ? ਭਾਰਤ ਨੂੰ। ਭਾਰਤ ਦੇ ਵਿੱਚ ਨੀਲ ਦੀ ਪੈਦਾਵਾਰ ਕਰਾਈ, ਕਪਾਹ ਦੀ, ਜਿਹੜੇ ਉਦਯੋਗਾਂ ਦੇ ਕੱਚੇ ਸਾਧਨ ਦੀ ਲੋੜ ਸੀ ਉਦਯੋਗਾਂ ਨੂੰ, ਉਹ ਪੈਦਾਵਾਰ ਭਾਰਤ ਦੇ ਵਿੱਚ ਕਰਾਉਣੀ ਸ਼ੁਰੂ ਕੀਤੀ। ਉਦਯੋਗਾਂ ਤੋਂ ਬਣੇ ਤਿਆਰ ਮਾਲ ਨੂੰ ਭਾਰਤ ਵਿੱਚ ਵੇਚਣਾ ਸ਼ੁਰੂ ਕੀਤਾ ਅਤੇ ਹੌਲੀ ਹੌਲੀ ਕਰਦੇ ਭਾਰਤ ਦੇ ਜ਼ਿਆਦਾ ਖੇਤਰ 'ਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ। ਅਤੇ ਜਿਹੜੇ ਖੇਤਰ ਉਸ ਸਮੇਂ ਰਾਜਿਆਂ ਦੇ ਅਧੀਨ ਸਨ ਉਹਨਾਂ ਨੂੰ ਦੇਸੀ ਰਿਆਸਤਾਂ ਕਿਹਾ ਜਾਂਦਾ ਸੀ। ਜਿਹੜਾ ਖੇਤਰ ਅੰਗਰੇਜ਼ਾਂ ਦੇ ਅਧੀਨ ਆ ਜਾਂਦਾ ਸੀ ਉਸ ਨੂੰ ਕਹਿੰਦੇ ਸੀਗੇ ਬ੍ਰਿਟਿਸ਼ ਭਾਰਤੀ ਖੇਤਰ। ਭਾਵ ਇਹ ਭਾਰਤ ਦਾ ਖੇਤਰ ਬ੍ਰਿਟਿਸ਼ ਅੰਗਰੇਜ਼ਾਂ ਦੇ ਅਧੀਨ ਹੈ ਜਾਂ ਬ੍ਰਿਟਿਸ਼ ਪ੍ਰਾਂਤ। ਪਰ ਜਿਹੜੇ ਖੇਤਰ ਅਜੇ ਵੀ ਭਾਰਤੀ ਰਾਜਾਂ ਦੇ ਅਧੀਨ ਸਨ ਉਹਨਾਂ ਨੂੰ ਕਿਹਾ ਜਾਂਦਾ ਸੀ ਦੇਸੀ ਰਿਆਸਤ। ਦੇਸੀ ਰਿਆਸਤ ਉਹਨੂੰ ਕਹਿੰਦੇ ਸੀ ਜਿਹੜੇ ਖੇਤਰ ਅਜੇ ਵੀ ਭਾਰਤੀ ਰਾਜਾਂ ਦੇ ਅਧੀਨ ਸਨ। ਤਾਂ ਲਘੂ ਉਦਯੋਗ, ਜਿਹੜੇ ਘਰੇਲੂ ਉਦਯੋਗ ਸਨ, ਉਹਨਾਂ ਤੋਂ ਜੋ ਮਾਲ ਤਿਆਰ ਹੁੰਦਾ ਸੀ, ਹੱਥਾਂ ਦੀ ਕਢਾਈ ਵਾਲੇ ਮਹਿੰਗੇ ਰਾਜਿਆਂ ਦੇ ਪਾਉਣ ਲਈ ਕੱਪੜੇ, ਬੂਟ, ਜੁੱਤੀ, ਉਹ ਸਾਰੇ ਹੀ ਉਹ ਘਰੇਲੂ ਉਦਯੋਗਾਂ ਵਿੱਚ ਲੋਕ ਤਿਆਰ ਕਰਦੇ ਸਨ ਘਰੇ, ਅਤੇ ਜਿਸ ਨੂੰ ਮਹਿੰਗੇ ਭਾਅ ਦੇ ਵਿੱਚ ਰਾਜੇ ਮਹਾਰਾਜੇ ਖਰੀਦਦੇ ਸਨ। ਪਰ 19ਵੀਂ ਸਦੀ ਤੱਕ ਭਾਰਤ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋਣ ਕਰਕੇ ਦੇਸੀ ਰਿਆਸਤਾਂ ਦੀ ਸਮਾਪਤੀ ਹੋ ਗਈ ਸੀ। ਜਦੋਂ ਦੇਸੀ ਰਿਆਸਤਾਂ ਦੀ ਸਮਾਪਤੀ ਹੋ ਗਈ ਤਾਂ ਉਹਨਾਂ ਨੂੰ ਘਰੇਲੂ ਉਦਯੋਗਾਂ ਤੋਂ ਬਣੇ ਤਿਆਰ ਮਾਲ ਨੂੰ ਖਰੀਦਣ ਵਾਲਾ ਵੀ ਕੋਈ ਨਾ ਰਿਹਾ। ਤਾਂ ਕਰਕੇ ਇਹ ਸਭ ਤੋਂ ਵੱਡਾ ਕਾਰਨ ਸੀ ਲਘੂ ਉਦਯੋਗਾਂ ਦੇ ਪਤਨ ਦਾ, ਦੇਸੀ ਰਿਆਸਤਾਂ ਦੀ ਸਮਾਪਤੀ। ਨੰਬਰ 2, ਭਾਰਤੀ ਲਘੂ ਉਦਯੋਗਾਂ ਦੁਆਰਾ ਤਿਆਰ ਵਸਤਾਂ ਦਾ ਮੁੱਲ ਵੱਧ ਹੋਣਾ। ਭਾਰਤੀ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਕੀਮਤ ਵੱਧ ਹੁੰਦੀ ਸੀ
ਕਿਉਂਕਿ ਉਹਨਾਂ ਨੂੰ ਤਿਆਰ ਕਰਨ ਲਈ ਵੱਧ ਮਿਹਨਤ ਕਰਨੀ ਪੈਂਦੀ ਸੀ। ਦੂਜੇ ਪਾਸੇ ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਕੀਮਤ ਘੱਟ ਹੁੰਦੀ ਸੀ। ਜਦੋਂ ਮੰਨ ਲਓ ਵੀ ਇੱਕ ਵਿਅਕਤੀ ਨੇ ਜੁੱਤੀ ਬਣਾਉਣੀ ਹੈ, ਹੱਥ ਨਾਲ ਜੁੱਤੀ, ਤਾਂ ਇੱਕ ਜੁੱਤੀ ਬਣਾਉਣ ਦੇ ਉੱਤੇ ਘੱਟੋ ਘੱਟ ਵਧੀਆ ਜੁੱਤੀ ਬਣਾਉਣ ਦੇ ਲਈ ਕਢਾਈ ਕੱਢ ਕੇ 3 ਦਿਨ ਲੱਗ ਜਾਂਦੇ ਨੇ। ਅਤੇ ਜੇਕਰ ਉਹੀ ਜੁੱਤੀ ਮਸ਼ੀਨ ਬਣਾਵੇ ਤਾਂ 3 ਦਿਨਾਂ ਵਿੱਚ ਉਹ ਪਤਾ ਨਹੀਂ ਕਿੰਨੀਆਂ ਕੁ ਜੁੱਤੀਆਂ ਬਣਾ ਦੇਗੀ। ਤਾਂ ਕਰਕੇ ਉਹ ਜਦੋਂ ਉਹਦੀ ਕੀਮਤ ਦੇਖੀ ਜਾਂਦੀ ਆ, ਮਸ਼ੀਨ ਨੇ ਤਾਂ 3 ਦਿਨਾਂ ਵਿੱਚ ਹਜ਼ਾਰਾਂ ਲੱਖਾਂ ਦੀ ਗਿਣਤੀ ਜੁੱਤੀਆਂ ਤਿਆਰ ਕਰਤੀਆਂ, ਅਤੇ ਇੱਕ ਵਿਅਕਤੀ ਨੇ, ਘਰੇਲੂ ਉਦਯੋਗ ਵਾਲੇ ਨੇ 3 ਦਿਨਾਂ ਵਿੱਚ ਇੱਕ ਜੁੱਤੀ ਤਿਆਰ ਕੀਤੀ। ਤਾਂ ਫਿਰ 3 ਦਿਨਾਂ ਦੀ ਆਪਣੀ ਦਿਹਾੜੀ ਲਾਏਗਾ। ਜੇ ਅਸੀਂ ਘੱਟੋ ਘੱਟ ਇੱਕ ਦਿਨ ਦੀ ਦਿਹਾੜੀ 400 ਮੰਨ ਕੇ ਚੱਲੀਏ ਤਾਂ 4 ਤੀਏ 1200 ਰੁਪਈਆ ਹੋ ਗਿਆ। ਤਾਂ ਉਹ ਆਪਣੀ ਦਿਹਾੜੀ 1200 ਰੁਪਈਆ ਉਹ ਲਾਵੇਗਾ। ਫਿਰ ਜੋ ਜੁੱਤੀ ਨੂੰ ਬਣਾਉਣ ਲਈ ਮਾਲ ਦੀ ਲੋੜ ਪਈ, ਸਮਾਨ ਦੀ ਲੋੜ ਪਈ, ਉਸ ਦੀ ਕੀਮਤ ਵੱਖਰੀ ਲਵੇਗਾ। ਕਰਦੇ ਕਰਦੇ ਇੱਕ ਜੁੱਤੀ ਦੀ ਕੀਮਤ 1500-1700 ਰੁਪਏ ਤੱਕ ਜਾਵੇਗੀ। ਪਰ ਜੇਕਰ ਮਸ਼ੀਨ ਨਾਲ ਦੇਖੀਏ ਤਾਂ ਉਸੇ ਜੁੱਤੀ ਦੀ ਕੀਮਤ ਕਿੰਨੀ ਹੋਵੇਗੀ? ਵੱਧ ਤੋਂ ਵੱਧ 500 ਰੁਪਈਆ ਜਾਂ 600 ਰੁਪਈਆ। ਤਾਂ ਫਿਰ ਕਿਉਂਕਿ 1000 ਰੁਪਈਆ 1000 ਰੁਪਈਆ ਵੱਧ ਲਾਵੇ। ਤਾਂ ਇਹ ਵੀ ਦੂਜਾ ਕਾਰਨ ਸੀ ਲਘੂ ਉਦਯੋਗਾਂ ਦੇ ਪਤਨ ਦਾ। ਨੰਬਰ 3, ਮਸ਼ੀਨੀ ਵਸਤਾਂ ਦੀ ਸਫਾਈ ਵੱਧ ਹੋਣਾ। ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਭਾਰਤੀ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਨਾਲੋਂ ਜ਼ਿਆਦਾ ਸਾਫ਼ ਹੁੰਦੀਆਂ ਸਨ। ਜਦੋਂ ਹੱਥਾਂ ਦੇ ਨਾਲ ਚੀਜ਼ ਬਣਦੀ ਆ, ਦਸਤਕਾਰੇ, ਤਾਂ ਕੁਝ ਤਾਂ ਉਹ ਤਿਆਰ ਕਰਨ ਸਮੇਂ ਉਹਨਾਂ ਨੂੰ ਮੈਲ ਚੜ੍ਹ ਜਾਂਦੀ ਆ, ਚਲੋ ਉਹ ਬਾਅਦ 'ਚ ਸਾਫ਼ ਹੋ ਜਾਂਦੀ, ਅਤੇ ਪੂਰੀ ਉਸ ਦੇ ਉੱਤੇ ਸਫਾਈ ਨਹੀਂ ਆਉਂਦੀ। ਪਰ ਮਸ਼ੀਨਾਂ ਦੁਆਰਾ ਤਿਆਰ ਕੀਤੇ ਮਾਲ ਦੇ ਉੱਤੇ ਪੂਰੀ ਸਫਾਈ ਹੁੰਦੀ ਹੈ, ਅਤੇ ਇਹ ਵੀ ਲਘੂ ਉਦਯੋਗਾਂ ਦੇ ਪਤਨ ਦਾ ਕਾਰਨ ਬਣਿਆ। ਜੇ ਅੱਜ ਕੱਲ੍ਹ ਅਸੀਂ ਦੇਖੀਏ ਤਾਂ ਅੱਜ ਕੱਲ੍ਹ ਰੈਡੀਮੇਡ ਕੱਪੜੇ ਆਉਣ ਲੱਗ ਗਏ, ਮਸ਼ੀਨਾਂ ਦੁਆਰਾ ਬਣੇ ਹੋਏ। ਇੱਕ ਜੀਨ ਦੀ ਪੈਂਟ 700-800 ਰੁਪਏ ਤੱਕ ਵਧੀਆ ਮਿਲ ਜਾਂਦੀ ਆ। ਤਾਂ ਫਿਰ ਕਿਉਂ ਕੋਈ ਵੀ ਪਹਿਲਾਂ ਕੱਪੜਾ ਲਵੇਗਾ, ਫਿਰ ਦਰਜੀ ਤੋਂ ਬਣਵਾਏਗਾ, ਫਿਰ ਕਿਤੇ ਜਾ ਕੇ ਉਹ 10 ਦਿਨਾਂ ਬਾਅਦ ਪਾਵੇਗਾ। ਕਿੱਥੇ ਵਿਅਕਤੀ ਪੈਂਟ ਲੈਂਦਾ ਰੈਡੀਮੇਡ, ਨਾਲ ਦੀ ਨਾਲ ਪਾ ਕੇ ਚਲਾ ਜਾਂਦਾ। ਤਾਂ ਜੇ ਹੁਣ ਵੀ ਦੇਖੀਏ ਤਾਂ ਘਰੇਲੂ ਉਦਯੋਗਾਂ ਵਿੱਚ ਹੀ ਆਉਂਦੇ ਨੇ ਦਰਜੀਆਂ ਦਾ ਕੰਮ, ਉਹ ਅੱਗੇ ਨਾਲੋਂ ਘਟਿਆ ਹੈ। ਅਤੇ ਅਗਲਾ ਕਹਿੰਦਾ ਕਿਉਂ ਮੈਂ ਪਹਿਲਾਂ ਕੱਪੜੇ ਦੇ ਪੈਸੇ ਲਾਵਾਂਗਾ, ਫਿਰ ਮੈਂ ਦਰਜੀ ਨੂੰ ਪੈਸੇ ਦੇਵਾਂਗਾ। ਤਾਂ ਲਘੂ ਉਦਯੋਗਾਂ ਦਾ ਮੁੱਖ ਕਾਰਨ ਇਹ ਵੀ ਸੀ ਪਤਨ ਦਾ, ਕਿ ਜੋ ਮਸ਼ੀਨਾਂ ਨਾਲ ਬਣਿਆ ਮਾਲ ਸੀ ਉਸ 'ਤੇ ਸਫਾਈ ਜ਼ਿਆਦਾ ਹੁੰਦੀ ਆ। ਨੰਬਰ 4, ਨਵੀਂ ਪੀੜ੍ਹੀ ਦੇ ਲੋਕ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੇ ਮਾਲ ਨੂੰ ਪਸੰਦ ਨਹੀਂ ਕਰਦੇ ਸਨ। ਜਿਵੇਂ ਤੁਹਾਨੂੰ ਮੈਂ ਹੁਣ ਦੱਸਿਆ ਵੀ ਜਿਹੜੇ ਨਵੀਂ ਜਨਰੇਸ਼ਨ ਹੈਗੀ ਸਾਡੀ, ਵਰਤਮਾਨ ਸਮੇਂ ਵੀ ਉਹ ਜੀਨਸ ਦੀਆਂ ਪੈਂਟਾਂ ਪਾਉਣਾ ਪਸੰਦ ਕਰਦੀ ਹੈ। ਅਤੇ ਜਿਹੜੀ ਪੈਂਟ ਉਹ ਦਰਜੀ ਤੋਂ ਬਣਵਾਉਂਦੇ ਨੇ ਤਾਂ ਉਸ ਨੂੰ ਨਵੀਂ ਪੀੜ੍ਹੀ ਪਸੰਦ ਨਹੀਂ ਕਰਦੀ। ਅਤੇ ਹੁਣ ਨਵੀਂ ਪੀੜ੍ਹੀ ਵਾਲੇ ਵਰਤਮਾਨ ਸਮੇਂ ਜੋ ਪੈਂਟਾਂ ਪਾਉਂਦੇ ਨੇ ਉਹ ਥਾਂ ਥਾਂ ਤੋਂ ਪਾਟੀਆਂ ਹੁੰਦੀਆਂ ਨੇ। ਦਰਜੀ ਜਿਹੜਾ ਇੱਕ ਪੈਂਟ ਬਣਾਵੇਗਾ ਤਾਂ ਉਸ ਨੂੰ ਬਣਾਵੇਗਾ ਜਾਂ ਪਾਟੇਗਾ। ਤਾਂ ਕਰਕੇ ਜੋ ਨਵੀਂ ਪੀੜ੍ਹੀ ਦੇ ਲੋਕ ਸੀ, ਨਵੀਂ ਪੀੜ੍ਹੀ ਦੇ ਲੋਕਾਂ ਉੱਤੇ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਪੈ ਰਿਹਾ ਸੀ। ਦੂਜਾ, ਕਾਰਖਾਨਿਆਂ ਵਿੱਚ ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਸਾਫ਼ ਅਤੇ ਸੁੰਦਰ ਸਨ। ਨਵੀਂ ਪੀੜ੍ਹੀ ਲਘੂ ਉਦਯੋਗਾਂ ਦੇ ਮਾਲ ਨੂੰ ਪਸੰਦ ਨਹੀਂ ਕਰਦੀ ਸੀ। ਇਹ ਵੀ ਪਤਨ ਦਾ ਕਾਰਨ ਸੀ। ਭਾਰਤ ਤੋਂ ਕੱਚਾ ਮਾਲ ਇੰਗਲੈਂਡ ਭੇਜਣਾ। 18ਵੀਂ ਸਦੀ ਵਿੱਚ ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਆਈ। ਭਾਰਤ ਵਿੱਚੋਂ ਕੱਚਾ ਮਾਲ ਇੰਗਲੈਂਡ ਜਾਣਾ ਸ਼ੁਰੂ ਹੋਇਆ। ਇੰਗਲੈਂਡ ਦੇ ਵਿੱਚ ਵੱਡੇ ਕਾਰਖਾਨੇ ਸਥਾਪਿਤ ਕੀਤੇ ਗਏ। ਉਹਨਾਂ ਕਾਰਖਾਨਿਆਂ ਨੂੰ ਮਾਲ ਤਿਆਰ ਕਰਨ ਲਈ ਕੱਚੇ ਮਾਲ ਦੀ ਲੋੜ ਸੀ, ਜਿਸ ਨੂੰ ਇੰਗਲੈਂਡ ਦਾ ਕੱਚਾ ਮਾਲ ਪੂਰਾ ਨਾ ਕਰ ਸਕਿਆ। ਇੰਗਲੈਂਡ ਦੇ ਜਿਹੜੇ ਉੱਥੋਂ ਦੇ ਕਿਸਾਨ ਜਾਂ ਹੋਰ ਸੀ, ਉਹ ਲੋੜਾਂ ਨੂੰ ਪੂਰਾ ਨਾ ਕਰ ਸਕੇ। ਇਸ ਕਰਕੇ ਭਾਰਤ ਵਿੱਚੋਂ ਕੱਚਾ ਮਾਲ ਇੰਗਲੈਂਡ ਜਾਣਾ ਸ਼ੁਰੂ ਹੋ ਗਿਆ।
ਦੂਜੇ ਪਾਸੇ ਭਾਰਤੀ ਕਾਰਖਾਨਿਆਂ ਲਈ ਕੱਚੇ ਮਾਲ ਦੀ ਘਾਟ ਹੋ ਜਾਣ ਕਾਰਨ ਭਾਰਤ ਦਾ ਉਦਯੋਗਿਕ ਵਿਕਾਸ ਰੁਕ ਗਿਆ। ਅੰਗਰੇਜ਼ਾਂ ਨੇ ਆਪਣੇ ਹਿਸਾਬ ਨਾਲ ਨੀਲ ਦੇ, ਕਪਾਹ ਦੇ, ਪਟਸਨ ਦੀ ਖੇਤੀ ਕਰਵਾਉਣੀ ਸ਼ੁਰੂ ਕੀਤੀ ਅਤੇ ਕਿਸਾਨਾਂ ਨੂੰ ਵੱਧ ਬੋਲੀ ਦਿੰਦੇ, ਤਾਂ ਕਿਸਾਨ ਵੱਧ ਬੋਲੀ ਦੇ ਲਾਲਚ ਵਿੱਚ ਭਾਰਤੀ ਉਦਯੋਗਾਂ ਨੂੰ ਮਾਲ ਮਿਲਣੋਂ ਹਟ ਗਿਆ ਅਤੇ ਸਾਰੇ ਦਾ ਸਾਰਾ ਮਾਲ ਇੰਗਲੈਂਡ ਜਾਣਾ ਸ਼ੁਰੂ ਹੋ ਗਿਆ। ਹੁਣ ਵਰਤਮਾਨ ਸਮੇਂ ਜੇਕਰ ਅਸੀਂ ਸੇਬ ਦੇਖੀਏ, ਸੇਬ ਦੇ ਜਿਹੜੇ ਬਾਗ ਨੇ ਉਹ ਹੁੰਦੇ ਨੇ ਠੰਡੇ ਇਲਾਕੇ 'ਚ, ਜਿਵੇਂ ਹਿਮਾਚਲ 'ਚ, ਕਸ਼ਮੀਰ 'ਚ। ਤਾਂ ਹੁਣ ਕੀ ਹੋਇਆ, ਉਹਨਾਂ ਸਾਰੇ ਬਾਗਾਂ ਨੂੰ ਠੇਕੇਦਾਰਾਂ ਨੇ 10-10 ਸਾਲਾਂ ਵਾਸਤੇ ਲੈ ਲਿਆ ਅਤੇ ਲੋਕਾਂ ਨੂੰ ਪੈਸੇ ਦੇ ਦਿੱਤੇ ਗਏ ਅਤੇ ਜਿਹੜਾ ਵਧੀਆ ਕਿਸਮ ਦਾ ਸੇਬ ਆ ਉਹ ਅੱਜ ਵੀ ਵਰਤਮਾਨ ਸਮੇਂ ਵੀ ਆਮ ਲੋਕਾਂ ਦੀ ਪਹੁੰਚ ਵਿੱਚ ਨਹੀਂ ਹੈ, ਅਤੇ ਜੇ ਪਹੁੰਚ ਵਿੱਚ ਹੈ ਵੀ ਤਾਂ ਉਸ ਦੀ ਕੀਮਤ ਬਹੁਤ ਜ਼ਿਆਦਾ। ਉਸ ਦਾ ਕਾਰਨ ਵੀ ਕੀ ਆ, ਜੋ ਹਿਮਾਚਲ ਜੰਮੂ ਦੇ ਕਿਸਾਨ ਨੇ, ਜਦੋਂ ਉਹਨਾਂ ਨੂੰ ਘਰੇ ਬੈਠੇ ਠੇਕੇਦਾਰਾਂ ਤੋਂ ਵੱਧ ਪੈਸਾ ਮਿਲਦਾ ਤਾਂ ਫਿਰ ਉਹ ਕਿਉਂ ਘੱਟ ਕੀਮਤ ਉੱਤੇ ਕਿਉਂ ਵੇਚਣ। ਤਾਂ ਵਰਤਮਾਨ ਸਮੇਂ ਵੀ ਅਸੀਂ ਇਸ ਚੀਜ਼ ਨਾਲ ਜੋੜ ਸਕਦੇ ਹਾਂ। ਪਹਿਲਾ ਕੁਐਸਚਨ, ਭਾਰਤੀ ਲਘੂ ਉਦਯੋਗਾਂ ਦੇ ਪਤਨ ਦੇ ਕੀ ਕਾਰਨ ਸਨ? ਤਾਂ ਤੁਸੀਂ ਲਿਖ ਸਕਦੇ ਹੋ। ਨੰਬਰ 1 ਦੇਸੀ ਰਿਆਸਤਾਂ ਦੀ ਸਮਾਪਤੀ। ਨੰਬਰ 1 ਦੇਸੀ ਰਿਆਸਤਾਂ ਦੀ ਸਮਾਪਤੀ। ਨੰਬਰ 2 ਭਾਰਤੀ ਲਘੂ ਉਦਯੋਗਾਂ ਦੁਆਰਾ ਤਿਆਰ ਵਸਤਾਂ ਦਾ ਵੱਧ ਮੁੱਲ ਹੋਣਾ। ਨੰਬਰ 3 ਮਸ਼ੀਨੀ ਵਸਤਾਂ ਦੀ ਸਫਾਈ ਵੱਧ ਹੋਣਾ। ਅਤੇ ਨੰਬਰ 4 ਨਵੀਂ ਪੀੜ੍ਹੀ ਦੇ ਲੋਕ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੇ ਮਾਲ ਨੂੰ ਪਸੰਦ ਨਹੀਂ ਕਰਦੇ ਸਨ। ਤੁਸੀਂ ਇਹ ਪਹਿਲਾ ਪੁਆਇੰਟ, ਦੂਜਾ ਪੁਆਇੰਟ, ਤੀਜਾ ਪੁਆਇੰਟ ਅਤੇ ਚੌਥਾ ਪੁਆਇੰਟ ਲਿਖ ਸਕਦੇ ਹੋ ਅਤੇ ਇਹ ਤੁਹਾਡਾ ਪਹਿਲਾ ਆਨਸਰ ਹੈ। ਜੋ ਪਹਿਲਾ ਪੁਆਇੰਟ ਹੈ, ਦੇਸੀ ਰਿਆਸਤਾਂ ਦੀ ਸਮਾਪਤੀ, ਭਾਰਤੀ ਲਘੂ ਉਦਯੋਗਾਂ ਦੁਆਰਾ ਤਿਆਰ ਵਸਤਾਂ ਦਾ ਵੱਧ ਮੁੱਲ ਹੋਣਾ। ਸਿਰਫ ਇਕੱਲੇ ਪੁਆਇੰਟ ਲਿਖਣੇ ਨੇ, ਜ਼ਿਆਦਾ ਲਿਖਣ ਦੀ ਜ਼ਰੂਰਤ ਨਹੀਂ ਹੈ। ਤਾਂ 4 ਪੁਆਇੰਟ ਪਹਿਲੇ ਕੁਐਸਚਨ ਦੇ ਆਨਸਰ ਆ। ਅਗਲਾ ਕੁਐਸਚਨ, ਭਾਰਤ ਦੇ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਕੀਮਤ ਵੱਧ ਕਿਉਂ ਹੁੰਦੀ ਸੀ? ਕਿਉਂ ਹੁੰਦੀ ਸੀ? ਇੱਥੋਂ ਕਿਉਂਕਿ ਆਨਸਰ 2 ਕਿਉਂਕਿ ਉਹਨਾਂ ਨੂੰ ਤਿਆਰ ਕਰਨ ਲਈ ਵੱਧ ਮਿਹਨਤ ਕਰਨੀ ਪੈਂਦੀ ਸੀ। ਆਨਸਰ ਸੈਕਿੰਡ, ਕਿਉਂਕਿ ਉਹਨਾਂ ਨੂੰ ਤਿਆਰ ਕਰਨ ਲਈ ਵੱਧ ਮਿਹਨਤ ਕਰਨੀ ਪੈਂਦੀ ਸੀ, ਤਾਂ ਕਰਕੇ ਉਹਨਾਂ ਦੀ ਕੀਮਤ ਵੱਧ ਹੁੰਦੀ ਸੀ। ਤਾਂ ਦੂਜੇ ਕੁਐਸਚਨ ਦਾ ਆਨਸਰ ਹੈ ਕਿਉਂਕਿ ਉਹਨਾਂ ਨੂੰ ਤਿਆਰ ਕਰਨ ਲਈ ਵੱਧ ਮਿਹਨਤ ਕਰਨੀ ਪੈਂਦੀ ਸੀ। ਅਗਲਾ ਕੁਐਸਚਨ, ਨਵੀਂ ਪੀੜ੍ਹੀ ਦੇ ਲੋਕ ਕਾਰਖਾਨਿਆਂ ਵਿੱਚ ਬਣਿਆ ਮਾਲ ਕਿਉਂ ਪਸੰਦ ਕਰਦੇ ਸਨ? ਕਾਰਖਾਨਿਆਂ ਵਿੱਚ ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਸਾਫ਼ ਅਤੇ ਸੁੰਦਰ ਸਨ। ਆਨਸਰ 3 ਕਾਰਖਾਨਿਆਂ ਵਿੱਚ ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਸਾਫ਼ ਅਤੇ ਸੁੰਦਰ ਸਨ। ਤੁਸੀਂ ਨਾਲ ਇਹ ਵੀ ਲਿਖ ਸਕਦੇ ਹੋ, ਨਵੀਂ ਪੀੜ੍ਹੀ ਦੇ ਲੋਕਾਂ ਉੱਤੇ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਪੈ ਰਿਹਾ ਸੀ। ਤੁਸੀਂ ਇੱਥੋਂ ਲੈ ਕੇ ਇੱਥੇ ਤੱਕ ਪੂਰਾ ਵੀ ਲਿਖ ਸਕਦੇ ਹੋ ਜਾਂ ਇੱਕ ਪੁਆਇੰਟ ਵੀ ਲਿਖ ਸਕਦੇ ਹੋ ਕਿ ਨਵੀਂ ਪੀੜ੍ਹੀ ਦੇ ਲੋਕਾਂ ਉੱਤੇ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਪੈ ਰਿਹਾ ਸੀ। ਇਹ ਸਾਡਾ ਆਨਸਰ ਨੰਬਰ 3 ਆ ਗਿਆ। ਖਾਲੀ ਥਾਵਾਂ ਭਰੋ। ਅੰਗਰੇਜ਼ਾਂ ਨੇ ਬਹੁਤ ਸਾਰੀਆਂ ਭਾਰਤੀ
ਰਿਆਸਤਾਂ ਨੂੰ ਭਾਰਤੀ ਰਿਆਸਤਾਂ ਨੂੰ ਪਹਿਲੀ ਫਿਲਪ ਭਾਰਤੀ ਰਿਆਸਤਾਂ ਨੂੰ ਖਤਮ ਕਰ ਦਿੱਤਾ ਸੀ। ਪਹਿਲੀ ਖਾਲੀ ਥਾਂ ਅੰਗਰੇਜ਼ਾਂ ਨੇ ਬਹੁਤ ਸਾਰੀਆਂ ਭਾਰਤੀ ਰਿਆਸਤਾਂ ਨੂੰ ਖਤਮ ਕਰ ਦਿੱਤਾ ਸੀ। ਪਹਿਲਾ ਖਾਲਿਸਤਾਨ। ਅਗਲਾ ਖਾਲਿਸਤਾਨ ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਕੀਮਤ ਘੱਟ ਹੁੰਦੀ ਸੀ। 18ਵੀਂ ਸਦੀ ਵਿੱਚ ਇੰਗਲੈਂਡ। ਤੀਜੀ ਖਾਲਿਸਤਾਨ 18ਵੀਂ ਸਦੀ ਵਿੱਚ ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਆਈ। ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਆਈ। ਸਹੀ ਜਾਂ ਗਲਤ? ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਸਾਫ਼ ਅਤੇ ਸੁੰਦਰ ਨਹੀਂ ਸਨ। ਗਲਤ ਹੈ, ਸਾਫ਼ ਅਤੇ ਸੁੰਦਰ ਸਨ। ਭਾਰਤ ਵਿੱਚੋਂ ਕੱਚਾ ਮਾਲ ਇੰਗਲੈਂਡ ਜਾਣਾ ਸ਼ੁਰੂ ਹੋ ਗਿਆ। ਇਹ ਬਿਲਕੁਲ ਸਹੀ ਹੈ। ਭਾਰਤ ਵਿੱਚੋਂ ਕੱਚਾ ਮਾਲ ਇੰਗਲੈਂਡ ਜਾਣਾ ਸ਼ੁਰੂ ਹੋ ਗਿਆ। ਅੱਗੇ ਇਹੀ ਸਲਾਈਡ ਅਸੀਂ ਕਰਾਂਗੇ ਅੰਗਰੇਜ਼ੀ ਵਿੱਚ। ਪਹਿਲਾ ਕੁਐਸਚਨ, ਵਟ ਆਰ ਦਾ ਕਾਜ਼ਿਜ਼ ਆਫ ਡਿਕਲਾਈਨ ਆਫ ਸਮਾਲ ਸਕੇਲ ਇੰਡਸਟਰੀਜ਼। ਤਾਂ ਜੋ ਫਸਟ ਕੁਐਸਚਨ ਦਾ ਆਨਸਰ ਹੈ ਉਹ ਜਸਟ ਪੁਆਇੰਟਸ ਹਨ। ਪਹਿਲਾ ਪੁਆਇੰਟ, ਫਸਟ ਪੁਆਇੰਟ, ਸੈਕਿੰਡ ਪੁਆਇੰਟ, ਥਰਡ ਪੁਆਇੰਟ, ਫੋਰਥ ਪੁਆਇੰਟ। ਜੋ ਪੁਆਇੰਟ ਨੇ ਇਹ ਸਾਡੇ ਫਸਟ ਕੁਐਸਚਨ ਦਾ ਆਨਸਰ ਆ। ਇਕੱਲੇ ਪੁਆਇੰਟ ਲਿਖਣੇ ਨੇ, ਇਸ ਤੋਂ ਵੱਧ ਨਹੀਂ। ਜੋ ਪੁਆਇੰਟ ਨੇ ਇਹ ਸਾਡੇ ਫਸਟ ਕੁਐਸਚਨ ਦਾ ਆਨਸਰ ਆ। ਇਸ ਤੋਂ ਵਾਈ ਡੂ ਦਾ ਥਿੰਗਸ ਪ੍ਰਪੇਅਰਡ ਬਾਈ ਇੰਡੀਅਨ ਸਮਾਲ ਸਕੇਲ ਇੰਡਸਟਰੀਜ਼ ਹੈਵ ਹਾਈ ਰੇਟ। ਉਹਨਾਂ ਦਾ ਮੁੱਲ ਜ਼ਿਆਦਾ ਕਿਉਂ ਹੁੰਦਾ ਸੀ? ਇੱਥੋਂ ਬਿਕੋਜ਼ ਮੋਰ ਲੇਬਰ ਵਾਜ਼ ਨੀਡਡ ਟੂ ਪ੍ਰਪੇਅਰ ਦੈਮ। ਇੱਥੇ ਤੱਕ ਬਿਕੋਜ਼ ਮੋਰ ਲੇਬਰ ਵਾਜ਼ ਨੀਡਡ ਟੂ ਪ੍ਰਪੇਅਰ ਦੈਮ। ਉਹਨਾਂ ਨੂੰ ਤਿਆਰ ਕਰਨ ਦੇ ਲਈ ਜ਼ਿਆਦਾ ਮਿਹਨਤ ਦੀ ਲੋੜ ਪੈਂਦੀ ਸੀ, ਤਾਂ ਕਰਕੇ ਉਹਨਾਂ ਦੀ ਕੀਮਤ ਜ਼ਿਆਦਾ ਹੁੰਦੀ ਸੀ। ਬਿਕੋਜ਼ ਮੋਰ ਲੇਬਰ ਵਾਜ਼ ਨੀਡਡ ਟੂ ਪ੍ਰਪੇਅਰ ਦੈਮ। ਇਹ ਸੈਕਿੰਡ ਆਨਸਰ ਹੈ। ਥਰਡ ਕੁਐਸਚਨ, ਵਾਈ ਡਿਡ ਦਾ ਨਿਊ ਜਨਰੇਸ਼ਨ ਲਾਈਕ ਦਾ ਗੁਡਸ ਪ੍ਰਪੇਅਰਡ ਬਾਈ ਫੈਕਟਰੀਜ਼। ਕਿਉਂ ਕਰਦੇ ਸਨ? ਨਿਊ ਜਨਰੇਸ਼ਨ ਵਾਜ਼ ਬੀਇੰਗ ਇਨਫਲੂਐਂਸਡ ਬਾਈ ਦਾ ਵੈਸਟਰਨ ਕਲਚਰ। ਉਹਨਾਂ ਦੇ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਪੈ ਰਿਹਾ ਸੀ। ਔਨ ਦਾ ਅਦਰ ਹੈਂਡ ਗੁਡਸ ਮੇਡ ਇਨ ਦਾ ਫੈਕਟਰੀਜ਼ ਹੈਡ ਬੈਟਰ ਫਿਨਿਸ਼ਿੰਗ ਐਂਡ ਦੇ ਲੁੱਕ ਗੁੱਡ। ਉਹਨਾਂ ਦੀ ਲੁੱਕ ਵਧੀਆ ਹੁੰਦੀ ਸੀ ਅਤੇ ਉਹ ਵਧੀਆ ਹੁੰਦੀਆਂ ਸਨ। ਇਹ ਥਰਡ ਕੁਐਸਚਨ ਦਾ ਆਨਸਰ ਹੈ। ਬ੍ਰਿਟਿਸ਼ ਇਸ ਤੋਂ ਅੱਗੇ ਫਿਲਪਸ ਆ ਗਈਆਂ। ਫਿਲ ਇਨ ਦਾ ਬਲੈਂਕਸ। ਬ੍ਰਿਟਿਸ਼ employed many Indian princely states। First fill up princely states। first fill up। ਇਸ ਤੋਂ ਅੱਗੇ ਸੈਕਿੰਡ ਫਿਲ ਇਨ ਦਾ ਬਲੈਂਕ ਦਾ ਕਮੋਡਿਟੀਜ਼ ਪ੍ਰਪੇਅਰਡ ਬਾਈ ਮਸ਼ੀਨਸ ਵਰ। ਕੀ ਹੁੰਦਾ ਸੀ ਉਹ? ਚੀਪ। CHEAP
ਚੀਪ ਹੁੰਦਾ ਸਸਤਾ, ਮਸ਼ੀਨਾਂ ਦੁਆਰਾ ਬਣਿਆ ਸਮਾਨ ਸਸਤਾ ਹੁੰਦਾ ਸੀ। ਚੀਪ, CHEAP, ਚੀਪ। ਥਰਡ ਫਿਲਪ, ਇੰਡਸਟਰੀਅਲ ਰੈਵੋਲਿਊਸ਼ਨ occurred in England in 19th century। ਥਰਡ ਫਿਲਪ, in 19th century, 19ਵੀਂ ਸਦੀ ਦੇ ਵਿੱਚ ਇੰਗਲੈਂਡ ਦੇ ਵਿੱਚ ਉਦਯੋਗਿਕ ਕ੍ਰਾਂਤੀ ਆਈ। in 19th century। ਫਸਟ ਦਾ ਫਿਲਪ ਦਾ ਆਵੇਗਾ ਇੰਡੀਅਨ। ਸੈਕਿੰਡ ਦਾ ਚੀਪ, ਥਰਡ ਦਾ in 19th century। ਇਹ ਸਾਡੇ ਫਿਲਪ ਹੋਊਗੇ। ਇਸ ਤੋਂ ਅੱਗੇ ਟਰੂ ਫਾਲਸ। ਗੁਡਸ ਮੇਡ ਇਨ ਦਾ ਫੈਕਟਰੀਜ਼ ਹੈਡ ਨੋ ਬੈਟਰ ਫਿਨਿਸ਼ਿੰਗ। ਫਾਲਸ। ਬੈਟਰ ਫਿਨਿਸ਼ਿੰਗ ਸੀ, ਵਧੀਆ ਸੀ, ਇਹ ਫਾਲਸ ਆ। ਇੰਡੀਅਨ ਰਾ ਮਟੀਰੀਅਲ ਸਟਾਰਟਡ ਮੂਵਿੰਗ ਟੂ ਇੰਗਲੈਂਡ, ਇਹ ਟਰੂ ਆ। ਇਹ ਕੀ ਹੈਗਾ? ਟਰੂ। ਪਹਿਲਾ ਫਾਲਸ ਹੈ, ਸੈਕਿੰਡ ਟਰੂ ਹੈ। ਭਾਰਤ ਦਾ ਕੱਚਾ ਮਾਲ ਇੰਗਲੈਂਡ ਜਾਣਾ ਸ਼ੁਰੂ ਹੋ ਗਿਆ ਸੀ। ਇਸ ਤਰ੍ਹਾਂ ਅਸੀਂ ਨੇ ਇਹ ਸਲਾਈਡ ਅੰਗਰੇਜ਼ੀ ਅਤੇ ਪੰਜਾਬੀ ਮੀਡੀਅਮ ਵਿੱਚ ਕੀਤੀ ਹੈ। ਵੱਧ ਤੋਂ ਵੱਧ ਬੱਚਿਆਂ ਨੂੰ ਅੱਗੇ ਸ਼ੇਅਰ ਕਰੋ ਤਾਂ ਜੋ ਉਹ ਆਪਣਾ ਕੰਮ ਕਰ ਸਕਣ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਆ ਸਕੇ। ਧੰਨਵਾਦ। ਸੈਕਿੰਡ, ਫਿਲ ਇਨ ਦਾ ਬਲੈਂਕ, ਦਾ ਕਮੋਡਿਟੀਜ਼ ਪ੍ਰਪੇਅਰਡ ਬਾਈ ਮਸ਼ੀਨਸ ਵਰ। ਕੀ ਹੁੰਦਾ ਸੀ ਉਹ? ਚੀਪ, CHEAP, ਚੀਪ ਹੁੰਦਾ ਸਸਤਾ, ਮਸ਼ੀਨਾਂ ਦੁਆਰਾ ਬਣਿਆ ਸਮਾਨ ਸਸਤਾ ਹੁੰਦਾ ਸੀ। ਚੀਪ, CHEAP, ਚੀਪ। ਥਰਡ ਫਿਲਪ, ਇੰਡਸਟਰੀਅਲ ਰੈਵੋਲਿਊਸ਼ਨ occurred in England in 19th century। ਥਰਡ ਫਿਲਪ, in 19th century, 19ਵੀਂ ਸਦੀ ਦੇ ਵਿੱਚ ਇੰਗਲੈਂਡ ਦੇ ਵਿੱਚ ਉਦਯੋਗਿਕ ਕ੍ਰਾਂਤੀ ਆਈ। in 19th century। ਫਸਟ ਦਾ ਫਿਲਪ ਦਾ ਆਵੇਗਾ ਇੰਡੀਅਨ। ਸੈਕਿੰਡ ਦਾ ਚੀਪ, ਥਰਡ ਦਾ in 19th century। ਇਹ ਸਾਡੇ ਫਿਲਪ ਹੋਊਗੇ। ਇਸ ਤੋਂ ਅੱਗੇ ਟਰੂ ਫਾਲਸ। ਗੁਡਸ ਮੇਡ ਇਨ ਦਾ ਫੈਕਟਰੀਜ਼ ਹੈਡ ਨੋ ਬੈਟਰ ਫਿਨਿਸ਼ਿੰਗ। ਫਾਲਸ। ਬੈਟਰ ਫਿਨਿਸ਼ਿੰਗ ਸੀ, ਵਧੀਆ ਸੀ, ਇਹ ਫਾਲਸ ਆ। ਇੰਡੀਅਨ ਰਾ ਮਟੀਰੀਅਲ ਸਟਾਰਟਡ ਮੂਵਿੰਗ ਟੂ ਇੰਗਲੈਂਡ, ਇਹ ਟਰੂ ਆ। ਇਹ ਕੀ ਹੈਗਾ? ਟਰੂ। ਪਹਿਲਾ ਫਾਲਸ ਹੈ, ਸੈਕਿੰਡ ਟਰੂ ਹੈ। ਭਾਰਤ ਦਾ ਕੱਚਾ ਮਾਲ ਇੰਗਲੈਂਡ ਜਾਣਾ ਸ਼ੁਰੂ ਹੋ ਗਿਆ ਸੀ। ਇਸ ਤਰ੍ਹਾਂ ਅਸੀਂ ਨੇ ਇਹ ਸਲਾਈਡ ਅੰਗਰੇਜ਼ੀ ਅਤੇ ਪੰਜਾਬੀ ਮੀਡੀਅਮ ਵਿੱਚ ਕੀਤੀ ਹੈ। ਵੱਧ ਤੋਂ ਵੱਧ ਬੱਚਿਆਂ ਨੂੰ ਅੱਗੇ ਸ਼ੇਅਰ ਕਰੋ ਤਾਂ ਜੋ ਉਹ ਆਪਣਾ ਕੰਮ ਕਰ ਸਕਣ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਆ ਸਕੇ। ਧੰਨਵਾਦ।